ਹੈਲੋ ਸਟੂਡੈਂਟਸ, ਪਾਠ 9ਵਾਂ ਸੁੰਡ ਤੇ ਹਲਦੀ, ਕਲਾਸ 5th। ਮੈਂ ਬੇਟਾ ਤੁਹਾਨੂੰ ਹੁਣ ਸੁੰਡ ਤੇ ਹਲਦੀ ਜਿਹੜਾ ਲੈਸਨ ਆ ਉਹ ਸਮਝਾ ਕੇ ਪੜ੍ਹਾਉਣ ਲੱਗੀ ਹਾਂ ਔਰ ਐਂਡ ਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਵੀ ਸਮਝਾਵਾਂਗੀ। ਪੂਰੇ ਧਿਆਨ ਨਾਲ ਸੁਣਨਾ ਲੈਸਨ ਨੂੰ। ਜੇ ਕੋਈ ਨਾ ਸਮਝ ਲੱਗੇ ਤਾਂ ਪਲੀਜ਼ ਮੈਨੂੰ ਪੁੱਛ ਲਿਓ ਦੁਬਾਰਾ। ਸੁੰਡ ਤੇ ਹਲਦੀ ਦਿਓ ਧਿਆਨ। ਬਹੁਤ ਪੁਰਾਣੇ ਵੇਲਿਆਂ ਦੀ ਗੱਲ ਹੈ ਕਿ ਸੁੰਡ ਤੇ ਹਲਦੀ ਦੋ ਸਕੀਆਂ ਭੈਣਾਂ ਸਨ। ਉਹਨਾਂ ਦੀ ਮਾਂ ਦਾ ਨਾਂ ਸੀ ਕਾਲੀ ਮਿਰਚ। ਸੁੰਡ ਤੇ ਹਲਦੀ ਦੋ ਸਕੀਆਂ ਭੈਣਾਂ ਸੀ ਤੇ ਉਹਨਾਂ ਦੀ ਮਾਤਾ ਦਾ ਨਾਂ ਸੀ ਕਾਲੀ ਮਿਰਚ। ਬੇਟਾ ਇਹ ਕਹਾਣੀ ਸਿਰਫ ਕੋਈ ਵੀ ਕਹਾਣੀ ਹੈ, ਚਾਹੇ ਕੋਈ ਥੀਮ, ਜੋ ਸਾਨੂੰ ਸਟੋਰੀ ਹੈ, ਸਟੂਡੈਂਟਸ ਨੂੰ ਪੜ੍ਹਾਉਣ ਦਾ ਇਹੀ ਮਕਸਦ ਹੁੰਦਾ ਹੈ ਕਿ ਉਹ ਉਹਨੂੰ ਪੜ੍ਹ ਕੇ, ਉਹਨੂੰ ਸੁਣ ਕੇ, ਸਮਝ ਕੇ ਉਸ ਤੋਂ ਆਪ ਵੀ ਕੁਝ ਸਿੱਖਿਆ ਲੈ ਸਕਣ। ਇਸ ਵਿੱਚ ਵੀ ਨਿਮਰਤਾ ਨਾਲ ਬਿਲਕੁਲ ਮੇਲ ਖਾਂਦੀ ਜਿਹੜੀ ਕਹਾਣੀ ਹੈ ਉਹ ਦੱਸੀ ਗਈ ਹੈ ਕਿ ਕਿਸ ਤਰ੍ਹਾਂ ਨਿਮਰਤਾ ਨੂੰ, ਪਿਆਰ ਨੂੰ, ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਿਲਕੁਲ ਆਪਣੇ ਆਪ ਮਿਲ ਜਾਂਦੀਆਂ ਨੇ। ਔਰ ਜੇ ਆਕੜ ਹੈ ਸਾਡੇ ਵਿੱਚ ਤਾਂ ਉਸ ਨੂੰ ਸਭ ਕੋਈ ਆਪਣੇ ਤੋਂ ਪਰੇ ਕਰਕੇ ਰੱਖਦਾ ਹੈ। ਸੋ ਲੋ ਲੈਸਨ ਸੁਣੋ ਧਿਆਨ ਨਾਲ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ। ਸੁੰਡ ਤੇ ਹਲਦੀ ਦੋ ਸਕੀਆਂ ਭੈਣਾਂ ਸਨ। ਉਹਨਾਂ ਦੀ ਮਾਂ ਦਾ ਨਾਂ ਸੀ ਕਾਲੀ ਮਿਰਚ। ਇੱਕ ਦਿਨ ਹਲਦੀ ਨੇ ਮਾਂ ਨੂੰ ਕਿਹਾ, ਕੀ ਕਿਹਾ ਕਿ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਹੈ। ਹਲਦੀ ਕਹਿੰਦੀ ਮਾਂ ਨੂੰ ਕਿ ਮੈਂ ਆਪਣੇ ਨਾਨਕੇ ਘਰ ਜਾਣਾ। ਇਹ ਕਹਿੰਦੀ ਹੋਈ ਉਹ ਚਾਅ ਨਾਲ ਗੁਣਗੁਣਾਉਣ ਲੱਗੀ, ਨਾਨਕੇ ਘਰ ਜਾਵਾਂਗੇ, ਲੱਡੂ ਪੇੜੇ ਖਾਵਾਂਗੇ, ਮੋਟੇ ਹੋ ਕੇ ਆਵਾਂਗੇ। ਉਸ ਦੀ ਮਾਂ ਕਾਲੀ ਮਿਰਚ ਨੇ ਉਸ ਨੂੰ ਸਮਝਾਉਂਦਿਆਂ ਹੋਇਆ ਆਖਿਆ, ਜਦੋਂ ਹਲਦੀ ਇਹ ਕਹਿਣ ਲੱਗੀ ਨਾ ਵੀ ਮੈਂ ਆਪਣੇ ਨਾਨਕੇ ਘਰ ਜਾਣਾ, ਤਾਂ ਉਸ ਦੀ ਮਾਂ ਕਹਿਣ ਲੱਗੀ ਉਸ ਨੂੰ, ਕਾਲੀ ਮਿਰਚ ਸੀ ਜਿਹਦਾ ਨਾਂ, ਧੀਏ ਰਾਹ ਵਿੱਚ ਬੜੀਆਂ ਔਕੜਾਂ ਨੇ। ਜਦੋਂ ਕਦੇ ਤੇਰਾ ਮਾਮਾ ਆਵੇਗਾ ਤਾਂ ਤੂੰ ਉਸ ਦੇ ਨਾਲ ਚਲੀ ਜਾਵੀਂ। ਤੂੰ ਜੇ ਰਾਹ ਭੁੱਲ ਗਈ ਤਾਂ ਫਿਰ ਕੀ ਕਰੇਂਗੀ? ਉਸ ਦੀ ਮਾਂ ਉਸ ਨੂੰ ਕਹਿੰਦੀ, ਜੇ ਤੂੰ ਰਾਹ ਭੁੱਲ ਗਈ, ਕਹਿੰਦੀ ਫਿਰ ਕੀ ਕਰੇਂਗੀ? ਜਦੋਂ ਤੇਰਾ ਮਾਮਾ ਆਇਆ ਉਸ ਦੇ ਨਾਲ ਚਲੀ ਜਾਈਂ। ਪਰ ਹਲਦੀ ਨੇ ਤਾਂ ਨਾਨਕੇ ਘਰ ਜਾਣ ਦੀ ਜਿਵੇਂ ਜਿੱਦ ਹੀ ਫੜ ਲਈ ਸੀ। ਨਾਨਕੇ ਘਰ ਜਾਣ ਦੀ ਜਿੱਦ ਫੜ ਲਈ ਸੀ ਕਿ ਨਹੀਂ ਮਾਂ, ਮੈਂ ਤਾਂ ਹੁਣ ਨਾਨਕੇ ਜਾਣਾ ਹੀ ਹੈ। ਸੋਚ ਸੋਚ ਕੇ ਮਾਂ ਨੇ ਸੁੰਡ ਨੂੰ ਕਿਹਾ, ਸੁੰਡ ਧੀਏ ਇਉਂ ਕਰ, ਤੂੰ ਵੀ ਇਹਦੇ ਨਾਲ ਚਲੀ ਜਾ। ਆਪਣੀ ਦੂਜੀ ਬੇਟੀ ਨੂੰ ਕਹਿੰਦੀ, ਸੁੰਡ ਨੂੰ ਕਹਿੰਦੀ ਮਾਂ ਕਾਲੀ ਮਿਰਚ, ਕਿ ਚਲੋ ਇਹ ਤਾਂ ਹੁਣ ਜਿੱਦ ਫੜੀ ਬੈਠੀ ਆ, ਬੇਟਾ ਤੂੰ ਵੀ ਇਹਦੇ ਨਾਲ ਹੀ ਚਲੀ ਜਾ ਧੀਏ, ਕਿਉਂਕਿ ਇੱਕ ਇੱਕ ਤੇ ਦੋ 11 ਹੁੰਦੇ ਨੇ, ਕਿ ਇੱਕ ਇੱਕ ਜੇ ਰਲ ਜੇ ਦੋ ਜਾਣੇ ਤਾਂ ਦੋਨਾਂ ਦਾ ਜਿਹੜੇ ਯੂਨਿਟੀ ਹੋ ਜੂਗੀ, ਕਿਸੇ ਚੀਜ਼ ਦਾ ਡਰ ਨਹੀਂ ਰਹਿਣਾ। ਰਾਹ ਵਿੱਚ ਸਾਥ ਰਹੇਗਾ। ਲੰਮਾ ਪੈਂਡਾ ਹੈ, ਪੈਂਡਾ ਮੀਨਜ਼ ਰਾਹ, ਲੰਬਾ ਰਸਤਾ ਹੈ। ਰਾਹ ਵਿੱਚ ਦਰਿਆ ਵੀ ਪੈਂਦਾ ਹੈ। ਉਸ ਵਿੱਚੋਂ ਲੰਘਦਿਆਂ ਤਾਂ ਮੈਨੂੰ ਕੱਲੀ ਨੂੰ ਵੀ ਡਰ ਲੱਗਦਾ ਹੈ। ਇਹ ਤਾਂ ਉਂਝ ਵੀ ਅਜੇ ਨਿਆਣੀ ਹੈ। ਕਹਿੰਦੀ ਮੈਨੂੰ ਵੀ ਡਰ ਲੱਗਦਾ ਕੱਲੀ ਨੂੰ ਉਸ ਵਿੱਚ ਲੰਘਦਿਆਂ, ਇਹ ਤਾਂ ਅਜੇ ਨਿਆਣੀ ਹੈ, ਇਸ ਕਰਕੇ ਤੂੰ ਇਹਦੇ ਨਾਲ ਚੱਲੀ ਜਾ। ਪਰ ਸੁੰਡ ਦੀ ਹਲਦੀ ਨਾਲ ਐਵੇਂ ਹੀ ਅਜਾਣਿਆਂ ਵਾਂਗ ਨਿੱਕੀ ਨਿੱਕੀ ਗੱਲ ਉੱਤੇ ਵੀ ਨੋਕ ਝੋਕ ਹੁੰਦੀ ਰਹਿੰਦੀ ਸੀ। ਪਰ ਸੁੰਡ ਸੀ ਜਿਹੜੀ, ਉਹ ਆਪਣੀ ਭੈਣ ਨਾਲ, ਛੋਟੀ ਨਾਲ, ਹਲਦੀ ਨਾਲ ਲੜਦੀ ਰਹਿੰਦੀ ਸੀ ਮਾੜੀ ਮਾੜੀ ਗੱਲ 'ਤੇ, ਕਿਉਂਕਿ ਉਸ ਦਾ ਸੁਭਾਅ ਕੌੜਾ ਸੀ। ਉਹ ਤਾਂ ਕੌੜੇ ਸੁਭਾਅ ਦੀ ਸੀ। ਉਸ ਦਾ ਸੁਭਾਅ ਆਕੜ ਕੰਨਾ ਸੀ, ਹਮੇਸ਼ਾ ਆਪਣੀ ਆਕੜ ਵਿੱਚ ਰਹਿੰਦੀ ਸੀ। ਸੋ ਉਹ ਕਹਿਣ ਲੱਗੀ, ਮਾਂ ਮੈਂ ਨਹੀਂ ਜਾਣਾ, ਜਦੋਂ ਮੇਰਾ ਜੀਅ ਕੀਤਾ ਮੈਂ ਚੱਲੀ ਜਾਵਾਂਗੀ। ਜਦੋਂ ਮੇਰਾ ਜੀਅ ਕੀਤਾ ਮੈਂ ਉਦੋਂ ਜਾਵਾਂਗੀ, ਮੈਂ ਨਹੀਂ ਇਹਦੇ ਨਾਲ ਜਾਂਦੀ। ਅਖੀਰ ਹਲਦੀ ਜਿੱਦ ਕਰਕੇ ਇਕੱਲੀ ਹੀ ਘਰੋਂ ਤੁਰ ਪਈ। ਰਾਹ ਵਿੱਚ ਦਰਿਆ ਆਇਆ। ਸਭ ਤੋਂ ਪਹਿਲਾਂ ਠਾਠਾਂ ਮਾਰਦਾ ਪਾਣੀ ਵੇਖ ਕੇ ਪਹਿਲਾਂ ਤਾਂ ਹਲਦੀ ਘਬਰਾ ਗਈ। ਫਿਰ ਉਸਨੇ ਹੌਸਲਾ ਕਰਕੇ ਦਰਿਆ ਨੂੰ ਕਿਹਾ, ਦਰਿਆ ਬਾਬਾ ਰਾਹ ਦੇ, ਮੈਨੂੰ ਪਾਰ ਲੰਘਾ ਦੇ। ਦਰਿਆ ਨੂੰ ਹਲਦੀ ਕਹਿਣ ਲੱਗੀ ਕਿ ਮੈਨੂੰ ਰਸਤਾ ਦੇ, ਮੈਂ ਅੱਗੇ ਜਾਣਾ, ਬਾਬਾ ਮੈਨੂੰ ਪਾਰ ਲੰਘਾ ਦੇ। ਦਰਿਆ ਨੂੰ ਕਿਹਾ। ਦਰਿਆ ਨੇ ਹਲਦੀ ਨੂੰ ਕਿਹਾ, ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ। ਦਰਿਆ ਹਲਦੀ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਰਾਹ ਤਾਂ ਦੇ ਦੇਵਾਂਗਾ, ਪਰ ਤੂੰ ਪਹਿਲਾਂ ਉਹ ਸਾਹਮਣੇ ਪਏ ਕੁਝ ਪੱਥਰ ਚੁੱਕ ਲਿਆ, ਤਾਂ ਜੋ ਪਿੱਛੋਂ ਆਉਣ ਵਾਲੇ ਮੁਸਾਫਰਾਂ ਲਈ ਵੀ ਇੱਕ ਪੁਲ ਬਣ ਜਾਵੇ। ਦੇਖੋ ਬੇਟਾ, ਛੋਟੀ ਛੋਟੀ ਗੱਲ ਦੇ ਵਿੱਚ ਸਾਨੂੰ ਬਹੁਤ ਹੀ ਸਿੱਖਿਆ ਮਿਲ ਰਹੀ ਹੈ ਕਿ ਇੱਕ ਲਾਈਨ ਦੇ ਵਿੱਚੋਂ, ਕਿ ਦਰਿਆ ਨੂੰ ਜਦੋਂ ਉਸਨੇ ਕਿਹਾ ਕਿ ਬਾਬਾ ਮੈਨੂੰ ਰਸਤਾ ਦੇ ਦੇ, ਮੈਂ ਲੰਘਣਾ, ਤਾਂ ਦਰਿਆ ਨੇ ਉਸ ਨੂੰ ਕਿਹਾ ਕਿ ਉਹ ਸਾਹਮਣੇ ਕੁਝ ਪੱਥਰ ਪਏ ਨੇ, ਉਹ ਚੁੱਕ ਲਿਆ, ਤਾਂ ਕਿ ਕਹਿੰਦਾ ਉਹ ਇੱਥੇ ਚੁੱਕ ਚੁੱਕ ਤੂੰ ਰੱਖੇਂਗੀ, ਕਹਿੰਦਾ ਇਸ ਲਈ ਆਉਣ ਜਾਣ ਵਾਲੇ ਜਿਹੜੇ ਮੁਸਾਫਰ ਨੇ ਉਹਨਾਂ ਲਈ ਇੱਕ ਰਸਤਾ ਬਣ ਜਾਏ। ਭਾਵ ਕੁਛ ਪਾਉਣ ਦੀ ਖਾਤਰ ਕੁਛ ਗਵਾਉਣਾ ਵੀ ਪੈਂਦਾ ਹੈ, ਕੁਛ ਦੇਣਾ ਵੀ ਪੈਂਦਾ ਕੋਲੋਂ। ਜੇ ਕੁਛ ਪਾਉਣਾ ਹੋਵੇ ਤਾਂ ਕੁਛ ਦੇਣਾ ਵੀ ਪੈਂਦਾ, ਕੁਛ ਖੋਣਾ ਵੀ ਪੈਂਦਾ। ਇਸ ਤਰ੍ਹਾਂ ਜਿਹੜੀ ਹਲਦੀ ਸੀ ਉਹ ਮੰਨ ਗਈ ਅਤੇ ਨੇੜੇ ਹੀ ਪੱਥਰ ਢੋ ਕੇ ਲਿਆਉਣ ਲੱਗੀ। ਉਸ ਨੂੰ ਇਸ ਤਰ੍ਹਾਂ ਪੁਲ ਬਣਾਉਂਦਿਆਂ ਵੇਖ ਕੇ ਕਈ ਦੂਜੇ ਮੁਸਾਫਰ ਵੀ ਉਹਦੀ ਮਦਦ ਕਰਨ ਲੱਗੇ। ਦੇਖਿਆ ਵੀ ਹਲਦੀ ਇਹ ਕੰਮ ਕਰ ਰਹੀ ਹੈ, ਬਾਕੀ ਦੇ ਮੁਸਾਫਰ ਵੀ ਉਹਦੀ ਮਦਦ ਕਰਨ ਲੱਗੇ। ਇੰਝ ਹੌਲੀ ਹੌਲੀ ਦਰਿਆ ਉੱਤੇ ਇੱਕ ਪੁਲ ਬਣ ਗਿਆ ਅਤੇ ਹਲਦੀ ਉਸ ਪੁਲ ਉੱਤੋਂ ਦੀ ਦਰਿਆ ਤੋਂ ਪਾਰ ਲੰਘ ਗਈ। ਦਰਿਆ ਤੋਂ ਪਾਰ ਜਾ ਕੇ ਹਲਦੀ ਕੁਝ ਚਿਰ ਆਰਾਮ ਕਰਨ ਲਈ ਇੱਕ ਰੁੱਖ ਦੀ ਛਾਵੇਂ ਲੇਟ ਗਈ ਅਤੇ ਸੌਂ ਗਈ। ਜਦੋਂ ਉਸ ਨੂੰ ਜਾਗ ਆਈ ਤਾਂ ਉਸ ਦਾ ਥਕੇਵਾਂ ਲੱਥ ਚੁੱਕਾ ਸੀ, ਪਰ ਉਸਨੂੰ ਭੁੱਖ ਵੀ ਬਹੁਤ ਲੱਗੀ ਹੋਈ ਸੀ। ਥਕਾਵਟ ਤਾਂ ਉਸਦੀ ਲੈ ਗਈ, ਪਰ ਉਹਨੂੰ ਭੁੱਖ ਲੱਗੀ ਸੀ। ਆਸੇ ਪਾਸੇ ਦੇਖਦਿਆਂ ਉਹਦੀ ਨਜ਼ਰ ਇੱਕ ਬੇਰੀ ਉੱਤੇ ਜਾ ਪਈ,
ਜਿਸ ਉੱਤੇ ਸੂਹੇ ਸੂਹੇ ਬੇਰ ਲਾਲ ਲਾਲ ਸੂਹੇ ਸੂਹੇ ਮੀਨਜ਼ ਲਾਲ ਲਾਲ ਬੇਰ ਲੱਗੇ ਹੋਏ ਸਨ। ਹਲਦੀ ਨੇ ਬੇਰੀ ਦੇ ਅੱਗੇ ਤਰਲਾ ਕੀਤਾ। ਹਲਦੀ ਬੇਰੀ ਨੂੰ ਕਹਿਣ ਲੱਗੀ, ਬੇਰੀ ਮਾਸੀ ਬੇਰ ਦੇ। ਬੇਰੀ ਨੂੰ ਕਿਹਾ, ਬੇਰੀ ਮਾਸੀ ਬੇਰ ਦੇ, ਮੈਂ ਹਾਂ ਤੇਰੀ ਧੀ ਧਿਆਣੀ, ਪਰ ਇਸ ਵੇਲੇ ਭੁੱਖੀ ਭਾਣੀ। ਬੇਰੀ ਨੇ ਹਲਦੀ ਨੂੰ ਕਿਹਾ, ਧੀਏ ਪਹਿਲਾਂ ਮੇਰੇ ਹੇਠੋਂ ਸਾਰੇ ਕੰਡੇ ਹੂੰਝ ਦੇ, ਫਿਰ ਮੈਂ ਤੈਨੂੰ ਖਾਣ ਲਈ ਲਾਲ ਸੂਹੇ ਬੇਰ ਦੇ ਦੇਵਾਂਗੀ। ਕਹਿੰਦੀ ਮੇਰੇ ਹੇਠਾਂ ਕੰਡੇ ਖਿੰਡੇ ਪਏ ਨੇ। ਹਲਦੀ ਤੋਂ ਬੇਰੀ ਨੇ ਵੀ ਕੰਮ ਕਰਵਾਇਆ, ਪਹਿਲਾਂ ਦਰਿਆ ਨੇ ਕਰਵਾਇਆ ਸੀ, ਹੁਣ ਬੇਰੀ ਨੇ ਵੀ ਕੰਮ ਕਰਵਾਇਆ। ਕਿਉਂਕਿ ਜੋ ਹੁਣੇ ਪਿੰਡ ਦੇ ਬੱਚਿਆਂ ਨੇ ਮੇਰੇ ਬੇਰ ਖਾਣ ਆਉਣਾ ਹੈ, ਉਹਨਾਂ ਦੇ ਪੈਰਾਂ ਵਿੱਚ ਮੇਰੇ ਜਿਹੜੇ ਹੇਠਾਂ ਖਿਲਰੇ ਪਏ ਕੰਡੇ ਨੇ ਉਹ ਚੁੱਭ ਜਾਣਗੇ, ਪੁੱਟ ਜਾਣਗੇ, ਉਹਨਾਂ ਦੇ ਕੰਡੇ ਵੱਜਣਗੇ। ਇਸ ਕਰਕੇ ਤੂੰ ਮੇਰੇ ਥੱਲੋਂ ਕੰਡੇ ਚੁੱਕ ਦੇ ਤੇ ਮੈਂ ਤੈਨੂੰ ਬੇਰ ਦੇਵਾਂਗੀ। ਹਲਦੀ ਨੇ ਇੱਕ ਟਾਹਣੀ ਲੈ ਕੇ ਬੇਰੀ ਹੇਠਾਂ ਬੁਹਾਰੀ ਫੇਰ ਕੇ ਸਾਰੇ ਕੰਡੇ ਹੂੰਝ ਕੇ ਇੱਕ ਪਾਸੇ ਢੇਰੀ ਲਾ ਦਿੱਤੀ। ਫਿਰ ਬੇਰੀ ਨੇ ਉਸਨੂੰ ਆਪਣੇ ਮਿੱਠੇ ਤੇ ਸੂਹੇ ਬੇਰ ਖਾਣ ਵਾਸਤੇ ਦਿੱਤੇ। ਹਲਦੀ ਨੇ ਬੇਰ ਖਾਧੇ। ਹਲਦੀ ਨੇ ਬੇਰ ਖਾਧੇ ਤੇ ਉੱਥੋਂ ਅੱਗੇ ਚੱਲ ਪਈ। ਹਲਦੀ ਨੇ ਬੇਰ ਖਾ ਲਏ ਤੇ ਉੱਥੋਂ ਅੱਗੇ ਚੱਲ ਪਈ। ਤਕਾਲਾਂ ਵੇਲੇ, ਤਕਾਲਾਂ ਮੀਨਜ਼ ਸ਼ਾਮ ਵੇਲੇ, ਆਥਣ ਵੇਲੇ ਉਹ ਪਿੰਡ ਦੇ ਬਾਹਰ ਬਾਹਰ ਦਾਣੇ ਭੁੰਨਣ ਵਾਲੀ ਭੱਠੀ ਕੋਲੋਂ ਦੀ ਲੰਘੀ। ਇੱਕ ਮਾਈ ਭੱਠੀ ਵਿੱਚੋਂ ਦਾਣੇ ਭੁੰਨ ਰਹੀ ਸੀ। ਹਲਦੀ ਨੇ ਮਾਈ ਕੋਲੋਂ ਦਾਣੇ ਮੰਗੇ ਤੇ ਕਹਿਣ ਲੱਗੀ, ਮਾਸੀ ਮਾਸੀ ਮੈਨੂੰ ਦਾਣੇ ਦੇ, ਤੇਰੀ ਭਣੇਵੀ ਨੂੰ ਬਹੁਤ ਭੁੱਖ ਲੱਗੀ ਹੈ ਕਿ ਮੈਨੂੰ ਖਾਣ ਨੂੰ ਦਾਣੇ ਦੇ ਦੇ। ਮੈਨੂੰ ਭਣੇਵੀ ਹੁੰਦਾ ਹੈਗਾ ਮਾਸੀ ਦੀ ਬੇਟੀ, ਭੈਣ ਦੀ ਬੇਟੀ, ਉਹਨੂੰ ਭਣੇਵੀ ਕਿਹਾ ਜਾਂਦਾ ਹੈ। ਭੱਠੀ ਵਾਲੀ ਮਾਈ ਨੇ ਹਲਦੀ ਨੂੰ ਦਿਲਾਸਾ ਦਿੰਦੇ ਹੋਏ ਕਿਹਾ, ਪਹਿਲਾਂ ਮੇਰੀ ਭੱਠੀ ਦੇ ਆਲੇ ਦੁਆਲੇ ਦੀ ਥਾਂ ਸਾਫ਼ ਕਰ ਦੇ ਤੇ ਭੱਠੀ ਵਿੱਚ ਹੋਰ ਝੋਕਾ ਲਾ ਦੇ। ਝੋਕਾ ਲਾਉਣਾ, ਭੱਠੀ ਵਿੱਚ ਹੋਰ ਬਾਲਣ ਪਾ ਦੇਣਾ, ਜਿਹਦੇ ਨਾਲ ਅੱਗ ਜਿਹੜੀ ਉਹ ਲਗਾਤਾਰ ਚੱਲਦੀ ਰਹੇ, ਕਿ ਮੈਂ ਤੈਨੂੰ ਦਾਣੇ ਤਾਂ ਦੇ ਦੂੰਗੀ, ਤੂੰ ਮੇਰਾ ਝੋਕਾ ਲਾ। ਇਹਨੇ ਵੀ ਕੰਮ ਕਰਵਾਇਆ ਹਲਦੀ ਤੋਂ। ਹਲਦੀ ਨੇ ਭੱਠੀ ਦਾ ਆਲਾ ਦੁਆਲਾ ਸਾਫ਼ ਕੀਤਾ ਤੇ ਕੱਖ ਖਾਣ ਦੀ ਇੱਕ ਪਾਸੇ ਢੇਰੀ ਲਾ ਉਸ ਕੱਖ ਖਾਣ ਵਿੱਚੋਂ ਇੱਕ ਝੋਕਾ ਭੱਠੀ ਵਿੱਚ ਲਾਇਆ। ਭੱਠੀ ਵਾਲੀ ਮਾਈ ਨੇ ਹਲਦੀ ਨੂੰ ਲੱਪ ਦਾਣਿਆਂ ਦੀ ਦਿੱਤੀ। ਲੱਪ ਇਸ ਤਰ੍ਹਾਂ ਹੱਥ ਦੇ ਭਰ ਕੇ ਦਾਣੇ ਦਿੱਤੇ ਉਸਨੂੰ। ਦਾਣੇ ਲੈ ਕੇ ਹਲਦੀ ਅੱਗੇ ਤੁਰ ਪਈ। ਅਖੀਰ ਹਲਦੀ ਆਪਣੇ ਨਾਨਕੇ ਪਿੰਡ ਲੂਣਪੁਰ ਜਾ ਪਹੁੰਚੀ। ਨਾਨਕਿਆਂ ਦਾ ਨਾਂ ਸੀਗਾ ਲੂਣਪੁਰ। ਉੱਥੇ ਉਹ ਸਭਨਾਂ ਰਿਸ਼ਤੇਦਾਰਾਂ ਨੂੰ ਪਿਆਰ ਮੁਹੱਬਤ ਨਾਲ ਮਿਲੀ। ਉਸਦੇ ਨਾਨੇ ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸਨੂੰ ਬਹੁਤ ਪਿਆਰ ਕੀਤਾ। ਨਾਨਕੇ ਪਿੰਡ ਉਹ ਕਈ ਦਿਨ ਰਹੀ। ਉੱਥੇ ਉਹ ਹਰ ਇੱਕ ਦਾ ਕਹਿਣਾ ਮੰਨਦੀ। ਵਿਹਲੇ ਬੈਠ ਕੇ ਉਹ ਨਾਨੀ ਦਾ ਚਰਖਾ ਡਾਹ ਕੇ ਉਸ ਉੱਤੇ ਸੂਤ ਕੱਤਦੀ। ਰਸੋਈ ਵਿੱਚ ਜਾ ਕੇ ਉਹ ਰਸੋਈ ਦੇ ਕੰਮਕਾਰ ਵਿੱਚ ਨਾਨੀ ਦਾ ਹੱਥ ਵਟਾਉਂਦੀ। ਕੁਝ ਦਿਨ ਲੰਘੇ ਤਾਂ ਹਲਦੀ ਨੂੰ ਵਾਪਸ ਆਪਣੇ ਪਿੰਡ ਮੁੜਨ ਦਾ ਖਿਆਲ ਆਇਆ। ਉਸਦੇ ਨਾਨਾ ਨਾਨੀ, ਮਾਮਿਆਂ ਤੇ ਮਾਸੀਆਂ ਨੇ ਉਸਨੂੰ ਕੁਝ ਦਿਨ ਉੱਥੇ ਹੋਰ ਰਹਿਣ ਲਈ ਕਿਹਾ ਕਿ ਅਜੇ ਤੂੰ ਇੱਥੋਂ ਜਾ ਨਾ। ਪਰ ਹਲਦੀ ਨੂੰ ਮਾਂ ਪਿਓ ਦੀ ਯਾਦ ਆਉਣ ਲੱਗੀ। ਹਲਦੀ ਜਿਹੜੀ ਉਹ ਕਹਿੰਦੀ ਹੁਣ ਤਾਂ ਮੈਂ ਜਾਣਾ ਹੀ ਆ। ਅਖੀਰ ਨਾਨਕੇ ਪਰਿਵਾਰ ਨੇ ਹਲਦੀ ਨੂੰ ਬੜੇ ਪਿਆਰ ਨਾਲ ਉੱਥੋਂ ਵਿਦਾ ਕੀਤਾ, ਪੂਰੇ ਪਿਆਰ ਨਾਲ, ਕਿਉਂਕਿ ਹਲਦੀ ਸਾਰਿਆਂ ਦਾ ਕਹਿਣਾ ਮੰਨਦੀ ਸੀ, ਉਹਨਾਂ ਦੀ ਗੱਲ ਮੰਨਦੀ, ਜਿਹੜਾ ਕੰਮ ਉਹ ਕਹਿੰਦੇ ਸੀ ਉਹ ਕਰਦੀ ਸੀ। ਇਸ ਕਰਕੇ ਉਹਨੂੰ ਸਾਰੇ ਪਿਆਰ ਕਰਦੇ ਸੀ। ਜਿਹੜਾ ਸੂਤ ਨਾਨਕੇ ਘਰ ਰਹਿ ਕੇ ਹਲਦੀ ਨੇ ਕੱਤਿਆ ਸੀ, ਉਸਦੀ ਨਾਨੀ ਨੇ ਉਸਨੂੰ ਜਲਾਹੇ ਪਾਸੋਂ ਉਹਨੂੰ ਬਣਵਾ ਕੇ ਆਪਣੀ ਦੋਹਤੀ ਲਈ, ਹਲਦੀ ਲਈ ਕੱਪੜੇ ਸਵਾ ਦਿੱਤੇ। ਮਾਮੀਆਂ ਨੇ ਖੋਏ ਦੀ ਮਿਠਾਈ ਬਣਾ ਕੇ ਉਸਦੇ ਲੜ ਬੰਨ੍ਹ ਦਿੱਤੀ। ਨਾਨੇ ਨੇ ਫਲਾਂ ਦੀ ਨਿੱਕੀ ਜਿਹੀ ਟੋਕਰੀ ਲਿਆ ਕੇ ਦਿੱਤੀ। ਮਾਮਿਆਂ ਤੇ ਮਾਸੀਆਂ ਨੇ ਵੀ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸਦੇ ਝੋਲੇ ਵਿੱਚ ਪਾ ਦਿੱਤੀਆਂ। ਭਾਵ ਉਸਨੂੰ ਨਿਮਰਤਾ ਦੇ ਬਦਲੇ ਬਹੁਤ ਕੁਛ ਮਿਲਿਆ ਆਪਣੇ ਨਾਨਕਿਆਂ ਤੋਂ। ਹਲਦੀ ਵਾਪਸ ਘਰ ਜਾਂਦਿਆਂ ਸਭ ਤੋਂ ਪਹਿਲਾਂ ਪਿੰਡ ਦੇ ਬਾਹਰ ਭੱਠੀ ਵਾਲੀ ਮਾਈ ਨੂੰ ਮਿਲੀ ਤੇ ਕਹਿਣ ਲੱਗੀ, ਜਿਹੜੀ ਜਿਵੇਂ ਰਸਤੇ 'ਚ ਜਿਨ੍ਹਾਂ ਨੂੰ ਮਿਲਦੀ ਗਈ ਸੀ, ਇਸੇ ਤਰ੍ਹਾਂ ਉਹ ਦੁਬਾਰਾ ਹੁਣ ਵਾਪਸੀ 'ਤੇ ਵੀ ਉਹਨਾਂ ਨੂੰ ਮਿਲਦੀ ਜਾਂਦੀ ਹੈ। ਮਾਸੀ ਨੀ ਮਾਸੀ ਤੇਰੀ ਧੀ ਧਿਆਣੀ ਘਰ ਚੱਲੀ, ਕਿ ਹੁਣ ਮੈਂ ਆਪਣੇ ਪਿੰਡ ਚੱਲੀ ਹਾਂ ਨਾਨਕੇ ਘਰੋਂ। ਰਤਾ ਕੋ ਠਹਿਰ ਭਣੇਵੀਏ, ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈਂਦੀ ਜਾ। ਮਾਈ ਨੇ ਉਸਨੂੰ ਭੁੱਜੇ ਹੋਏ ਛੋਲੇ ਦੇ ਦਿੱਤੇ। ਦੇਖੋ ਨਿਮਰਤਾ ਨੇ ਇੰਨਾ ਵੱਡਾ ਜਾਦੂ ਵਿਛਾਇਆ ਕਿ ਜਦੋਂ ਆਪਣੇ ਨਾਨਕੇ ਘਰੋਂ ਵਾਪਸ ਜਾ ਰਹੀ ਸੀ ਆਪਣੇ ਪਿੰਡ, ਤਾਂ ਮਾਈ ਨੇ ਵੀ ਉਸਨੂੰ, ਭੱਠੀ ਵਾਲੀ ਨੇ, ਹਾਂ ਆ ਗਈ, ਛੋਲਿਆਂ ਦੇ ਦਾਣੇ ਦਿੱਤੇ। ਹਲਦੀ ਭੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਸਨੂੰ ਉਹ ਬੇਰੀ ਮਿਲੀ। ਹਲਦੀ ਬੇਰੀ ਨੂੰ ਕਹਿਣ ਲੱਗੀ, ਮਾਸੀ ਨੀ ਮਾਸੀ ਤੇਰੀ ਧੀ ਧਿਆਣੀ ਨਾਨਕੇ ਹੋ ਆਈ ਹੈ। ਬੇਰੀ ਨੇ ਹਲਦੀ ਦਾ ਸਿਰ ਪਲੋਸਦਿਆਂ ਕਿਹਾ, ਰਤਾ ਠਹਿਰ ਧੀਏ, ਐ ਮੇਰੇ ਕੋਲੋਂ ਥੋੜ੍ਹੇ ਜਿਹੇ ਬੇਰ ਲੈਂਦੀ ਜਾ, ਮੈਂ ਸੂਹੇ ਲਾਲ ਬੇਰ ਤੇਰੇ ਲਈ ਹੀ ਸਾਂਭ ਰੱਖੇ ਨੇ। ਹਾਂਜੀ ਬੇਟਾ, ਇਸ ਤਰ੍ਹਾਂ ਨਾ ਇਹ ਨਾ ਕਰ ਹੁਣ ਬਸ। ਇਸ ਤਰ੍ਹਾਂ ਜਿਹੜੀ ਹਲਦੀ ਸੀ ਉਹ ਆਪਣੇ ਹੁਣ ਨਾਨਕਿਆਂ ਤੋਂ ਆਪਣੇ ਪਿੰਡ ਆ ਰਹੀ ਆ। ਇਹ ਮੈਂ ਤੁਹਾਨੂੰ ਪਹਿਲਾਂ ਹੀ ਇਹ ਰਿਪੀਟ ਕਰ ਚੁੱਕੀ ਹਾਂ ਕਿ ਜਿਹੜਾ ਸੂਤ ਨਾਨਕੇ ਘਰ 'ਚ ਰਹਿ ਕੇ ਹਲਦੀ ਨੇ ਕੱਤਿਆ ਸੀ, ਉਸਦੀ ਨਾਨੀ ਨੇ ਉਹਨੂੰ ਕੱਪੜੇ ਬਣਵਾ ਕੇ ਦਿੱਤੇ। ਉਹਦੀਆਂ ਮਾਮੀਆਂ ਨੇ ਉਹਨੂੰ ਬਹੁਤ ਸਾਰੀ ਮਠਿਆਈ ਦਿੱਤੀ ਅਤੇ ਉਹਦੇ ਨਾਨੇ ਨੇ ਛੋਟੀ ਜਿਹੀ ਟੋਕਰੀ ਫਲਾਂ ਦੀ ਲਿਆਤੀ। ਹੋਰ ਮਾਮੇ ਮਾਸੀਆਂ ਨੇ ਨਿੱਕੀਆਂ ਨਿੱਕੀਆਂ ਚੀਜ਼ਾਂ ਸ਼ਹਿਰੋਂ ਲਿਆ ਕੇ ਉਸਦੇ ਝੋਲੇ 'ਚ ਪਾ ਦਿੱਤੀਆਂ। ਅਤੇ ਇਸ ਤਰ੍ਹਾਂ ਹਲਦੀ ਜਿਹੜੀ ਵਾਪਸ ਆਪਣੇ ਪਿੰਡ ਆ ਰਹੀ ਹੈ। ਸਭ ਤੋਂ ਪਹਿਲਾਂ ਰਾਹ ਵਿੱਚ ਉਸਨੂੰ ਭੱਠੀ ਵਾਲੀ ਮਾਈ ਮਿਲੀ ਅਤੇ ਕਹਿਣ ਲੱਗੀ, ਮਾਸੀ ਨੀ ਮਾਸੀ ਤੇਰੀ ਧੀ ਧਿਆਣੀ ਘਰ ਚੱਲੀ ਹੈ। ਅਤੇ ਭੱਠੀ ਵਾਲੀ ਨੂੰ ਮਾਸੀ ਕਿਹਾ। ਉਹ ਕਹਿੰਦੀ, ਰਤਾ ਕੋ ਠਹਿਰ ਭਣੇਵੀਏ, ਭੈਣ ਦੀ ਬੇਟੀ ਮਤਲਬ
ਭੈਣ ਦੀ ਬੇਟੀ ਨੂੰ ਭਣੇਵੀ ਕਿਹਾ ਜਾਂਦਾ ਕਿ ਮੇਰੇ ਕੋਲੋਂ ਕੁਝ ਭੁੰਨੇ ਹੋਏ ਛੋਲੇ ਲੈਂਦੀ ਜਾ। ਇਸ ਤਰ੍ਹਾਂ ਉਸਨੇ ਉਹਨੂੰ ਭੁੱਜੇ ਹੋਏ ਛੋਲੇ ਦੇ ਦਿੱਤੇ। ਹਲਦੀ ਭੱਠੀ ਵਾਲੀ ਮਾਈ ਕੋਲੋਂ ਲੱਪ ਛੋਲਿਆਂ ਦੀ ਲੈ ਕੇ ਅੱਗੇ ਤੁਰ ਪਈ। ਲੱਪ ਹੁੰਦਾ ਨਾ ਹੱਥ ਦੇ ਵਿੱਚ ਇਸ ਤਰ੍ਹਾਂ ਭਰ ਕੇ, ਇੱਕ ਹੱਥ ਦਾ ਉਂਜਲ ਭਰ ਕੇ ਉਹਨੂੰ ਲੱਪ ਬੋਲਿਆ ਜਾਂਦਾ। ਅੱਗੇ ਰਾਹ ਵਿੱਚ ਉਹਨੂੰ ਉਹ ਬੇਰੀ ਮਿਲੀ। ਫਿਰ ਬੇਰੀ ਮਿਲ ਗਈ ਜਿਹੜੀ ਬੇਰੀ ਤੋਂ ਉਹਨੇ ਬੇਰ ਤੋੜ ਕੇ ਖਾਧੇ ਸੀ। ਹਲਦੀ ਬੇਰੀ ਨੂੰ ਕਹਿਣ ਲੱਗੀ, ਮਾਸੀ ਤੇਰੀ ਧੀ ਧਿਆਣੀ ਨਾਨਕੇ ਹੋ ਆਈ। ਇਸ ਤਰ੍ਹਾਂ ਬੇਰੀ ਨੂੰ ਵੀ ਹਲਦੀ ਨੇ ਕਿਹਾ ਕਿ ਤੇਰੀ ਧੀ ਧਿਆਣੀ ਜਿਹੜੀ ਉਹ ਨਾਨਕਿਆਂ ਤੋਂ ਵਾਪਸ ਆਪਣੇ ਘਰ ਜਾ ਰਹੀ ਹੈ। ਤਾਂ ਜਿਹੜੀ ਬੇਰੀ ਸੀ, ਬੇਰੀ ਨੇ ਹਲਦੀ ਦਾ ਸਿਰ ਪਲੋਸਦਿਆਂ ਕਿਹਾ, ਰਤਾ ਕੁ ਠਹਿਰ ਦੀਏ, ਐ ਮੇਰੇ ਕੋਲੋਂ ਥੋੜੇ ਜਿਹੇ ਬੇਰ ਲੈਂਦੀ ਜਾ, ਮੈਂ ਸੂਹੇ ਲਾਲ ਬੇਰ ਤੇਰੇ ਲਈ ਹੀ ਸਾਂਭ ਕੇ ਰੱਖੇ ਨੇ। ਬੇਰੀ ਨੇ ਉਸਨੂੰ ਬੇਰ ਦਿੱਤੇ। ਬੇਰੀ ਤੋਂ ਬੇਰ ਲੈ ਕੇ ਹਲਦੀ ਨੇ ਚੁੰਨੀ ਦੇ ਦੂਜੇ ਲੜ ਨਾਲ ਬੰਨ੍ਹ ਲਏ ਤੇ ਨੱਚਦੀ ਟੱਪਦੀ ਅੱਗੇ ਤੁਰ ਪਈ। ਅੱਗੇ ਦਰਿਆ ਆ ਗਿਆ। ਹਲਦੀ ਪੁਲ ਤੋਂ ਲੰਘਦੀ ਹੋਈ ਦਰਿਆ ਨੂੰ ਕਹਿਣ ਲੱਗੀ, ਦਰਿਆ ਬਾਬਾ ਮੈਂ ਨਾਨਕੇ ਹੋ ਆਈ। ਦਰਿਆ ਨੂੰ ਵੀ ਦੱਸਿਆ ਕਿ ਮੈਂ ਜਾ ਆਈ ਨਾਨਕੇ। ਦਰਿਆ ਨੇ ਹਲਦੀ ਦਾ ਸਿਰ ਪਲੋਸਿਆ ਤੇ ਢੇਰ ਸਾਰੀਆਂ ਸਿੱਪੀਆਂ ਤੇ ਘੋਗੇ ਦੇ ਕੇ ਕਹਿਣ ਲੱਗਾ, ਧੀਏ ਧਿਆਣੀਏ, ਮੈਨੂੰ ਤੇਰਾ ਬਹੁਤ ਮੋਹ ਆਉਂਦਾ ਹੈ। ਮੋਹ ਮੀਨਜ਼ ਪਿਆਰ ਆਉਂਦਾ ਹੈ। ਕਦੇ ਕਦੇ ਮੇਰੇ ਵੱਲ ਵੀ ਫੇਰਾ ਮਾਰਦੀ ਰਿਹਾ ਕਰੀ। ਉਸਨੇ ਸਿੱਪੀਆਂ ਤੇ ਘੋਗੇ ਵੀ ਦੇ ਦਿੱਤੇ। ਬਰੇਤੀ ਚੋਂ ਨਿਕਲਣ ਵਾਲੀਆਂ ਵਸਤਾਂ ਨੇ ਇਹ ਸਿੱਪੀਆਂ ਦੇ ਘੋਗੇ। ਹਲਦੀ ਨੇ ਉਹ ਘੋਗੇ ਤੇ ਸਿੱਪੀਆਂ ਵੀ ਚੁੰਨੀ ਦੇ ਲੜ ਨਾਲ ਬੰਨ੍ਹ ਲਏ। ਫਿਰ ਉਹ ਘਰ ਵੱਲ ਤੁਰ ਪਈ। ਹਲਦੀ ਖਾਣ ਪਹਿਨਣ ਦਾ ਸਮਾਨ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਘਰ ਪਹੁੰਚੀ। ਹਲਦੀ ਨੂੰ ਬਹੁਤ ਖੁਸ਼ ਵੇਖ ਕੇ ਸੁੰਢ ਕਹਿਣ ਲੱਗੀ, ਜਦੋਂ ਉਸਨੂੰ ਦੇਖਿਆ ਵੀ ਹਲਦੀ ਇੰਨੀ ਖੁਸ਼ ਹੈ, ਦੇਖੋ ਇੰਨੀਆਂ ਚੀਜ਼ਾਂ ਲੈ ਕੇ ਆਈ ਆ ਉਹ, ਤਾਂ ਜਿਹੜੀ ਸੁੰਢ ਸੀ ਉਸਦੀ ਭੈਣ ਵੱਡੀ, ਉਹ ਕਹਿੰਦੀ ਮਾਵਾ ਮੈਂ ਵੀ ਨਾਨਕੇ ਜਾਣਾ। ਫਿਰ ਉਸ ਦੀ ਮਾਂ ਨੇ ਉਸਨੂੰ ਕਿਹਾ ਕਿ ਨਹੀਂ ਧੀਏ, ਇੱਕ ਤਾਂ ਰਸਤਾ ਬੜਾ ਔਖਾ ਹੈ, ਦੂਜਾ ਤੇਰਾ ਸੁਭਾਅ ਵੀ ਰਤਾ ਕਰੁੱਖਾ ਹੈ, ਤੇਰਾ ਸੁਭਾਅ ਠੀਕ ਹੈ, ਤੂੰ ਇਕੱਲੀ ਕਿਧਰੇ ਨਾ ਜਾ। ਜਦੋਂ ਤੇਰਾ ਮਾਮਾ ਆਇਆ ਤਾਂ ਤੂੰ ਉਹਦੇ ਨਾਲ ਚਲੀ ਜਾਵੀਂ। ਪਰ ਸੁੰਢ ਨੇ ਮਾਂ ਦੀ ਇੱਕ ਨਾ ਮੰਨੀ। ਉਹ ਕਹਿੰਦੀ ਤੇਰੇ ਮਾਮੇ ਨਾਲ ਵਗ ਜੀ, ਪਰ ਉਹਨੇ ਗੱਲ ਨਹੀਂ ਮੰਨੀ। ਸੁੰਢ ਘਰੋਂ ਤੁਰ ਪਈ। ਨਾ ਮਾਂ ਤੋਂ ਅਸੀਸ ਲਈ, ਚੈਪਟਰ ਵੇਖ ਲਾ ਪਹਿਲਾਂ, ਉਹੀ ਹੈ ਆਹ ਕੱਢੀ ਬੈਠਾ ਤੂੰ, ਅਗਲਾ ਪੇਜ। ਇਸ ਤਰ੍ਹਾਂ ਸੁੰਢ ਘਰੋਂ ਤੁਰ ਪਈ। ਨਾ ਤਾਂ ਉਹਨੇ ਮਾਂ ਤੋਂ ਕੋਈ ਸੀਸ ਲਈ ਤੇ ਨਾ ਹੀ ਪਿਓ ਦੀ ਆਗਿਆ ਲਈ। ਜਾਣ ਵੇਲੇ ਜਦੋਂ ਹਲਦੀ ਨੇ ਸੁੰਢ ਨੂੰ ਕੁਝ ਸਮਝਾਉਣਾ ਚਾਹਿਆ ਤਾਂ ਸੁੰਢ ਅੱਗੋਂ ਉਹਦੇ ਨਾਲ ਝਗੜ ਪਈ, ਲੜ ਪਈ ਤੇ ਰੁੱਖੀ ਹੋ ਕੇ ਕਹਿਣ ਲੱਗੀ, ਤੂੰ ਕੌਣ ਹੁੰਨੀ ਆ ਮੈਨੂੰ ਸਮਝਾਉਣ ਵਾਲੀ? ਮੈਂ ਤਾਂ ਜਾਵਾਂਗੀ, ਉਹ ਵੀ ਇਕੱਲੀ। ਹਲਦੀ ਨੇ ਛੋਟੀ ਭੈਣ ਸੁੰਢ ਨੂੰ ਸਮਝਾਉਂਦਿਆਂ ਕਿਹਾ, ਸੁੰਢ ਭੈਣੇ, ਮਾਂ ਠੀਕ ਕਹਿੰਦੀ ਹੈ। ਉਂਝ ਵੀ ਸਿਆਣੇ ਕਹਿੰਦੇ ਨੇ ਕਿ ਕੋਈ ਕੰਮ ਕਰਨ ਲੱਗਿਆ ਜੇ ਕੋਲ ਹੋਰ ਕੋਈ ਨਾ ਹੋਵੇ ਤਾਂ ਵੀ ਕੰਧਾਂ ਨਾਲ ਹੀ ਸਲਾਹ ਕਰ ਲਈਦੀ ਹੈ। ਮਾਮਾ ਜੀ ਆਉਣਗੇ ਤੇ ਤੂੰ ਉਹਨਾਂ ਨਾਲ ਚਲੀ ਜਾਵੇਂ। ਮੈਨੂੰ ਤੇਰੇ ਤੋਂ ਵੱਧ ਸਮਝ ਹੈ, ਵੱਡੀ ਆਈ ਹੈ ਮੈਨੂੰ ਸਮਝਾਉਣ ਵਾਲੀ। ਸੁੰਢ ਅੱਗੋਂ ਉਹਨੂੰ ਖਿੱਚ ਕੇ ਬੋਲੀ, ਮੈਂ ਤਾਂ ਜਾਵਾਂਗੀ ਤੇ ਉਹ ਵੀ ਇਕੱਲੀ ਹੀ। ਇਹ ਕਹਿ ਕੇ ਉਹ ਘਰੋਂ ਤੁਰ ਪਈ। ਰਾਹ ਵਿੱਚ ਪਹਿਲਾਂ ਦਰਿਆ ਆਇਆ। ਹੁਣ ਜਿਸ ਤਰ੍ਹਾਂ ਹਲਦੀ ਨੂੰ ਮਿਲਿਆ ਸੀ ਰਾਹ ਦੇ ਵਿੱਚ ਸਾਰੀਆਂ ਚੀਜ਼ਾਂ ਉਹਨੂੰ ਮਿਲਣਗੀਆਂ। ਉਹ ਪੁਲ ਤੋਂ ਟੱਪਣ ਲੱਗੀ ਤਾਂ ਦਰਿਆ ਨੇ ਕਿਹਾ, ਧੀਏ 4 ਪੱਥਰ ਪੁਲ ਲਈ ਰੱਖਦੀ ਜਾ, ਇਸ ਤਰ੍ਹਾਂ ਪੁਲ 'ਚ ਹੋਰ ਚੌੜਾ ਤੇ ਮਜ਼ਬੂਤ ਬਣ ਜਾਵੇਗਾ ਤੇ ਲੰਘਣ ਵਾਲੇ ਹੋਰ ਮੁਸਾਫਰਾਂ ਨੂੰ ਬਥੇਰੇ ਸੌਖ ਰਹੇਗੀ। ਮੈਂ ਕੋਈ ਤੇਰੀ ਨੌਕਰ ਹਾਂ? ਸੁੰਢ ਨੇ ਦਰਿਆ ਨੂੰ ਖਿੱਚਦੇ ਹੋਏ ਕਿਹਾ। ਇਹਦਾ ਸੁਭਾਅ ਹਲਦੀ ਵਰਗਾ ਨਹੀਂ ਸੀ, ਇਹ ਆਕੜ ਕੰਨੀ ਸੀ ਕਿ ਕਹਿੰਦੀ ਮੈਂ ਤੇਰੀ ਨੌਕਰ ਰੱਖੀ ਹੋਈ ਹਾਂ, ਵੀ ਮੈਂ ਜਿਹੜਾ ਤੇਰੇ ਤੇ ਪੱਥਰ ਰੱਖਾਂ। ਮੈਂ ਇੱਥੇ ਪੱਥਰ ਨਹੀਂ ਰੱਖਦੀ। ਉਸਨੇ ਕੋਈ ਪੱਥਰ ਉੱਥੇ ਨਾ ਰੱਖਿਆ। ਇਸੇ ਤਰ੍ਹਾਂ ਦਰਿਆ ਪਾਰ ਕਰਕੇ ਸੁੰਢ ਕਾਲੇ ਕਾਲੇ ਕਦਮ ਪੁੱਟਦੀ ਅੱਗੇ ਤੁਰ ਪਈ। ਅੱਗੇ ਰਾਹ ਵਿੱਚ ਉਹ ਬੇਰੀ ਆਈ। ਫਿਰ ਬੇਰੀ ਆ ਗਈ। ਸੁੰਢ ਨੂੰ ਬਹੁਤ ਭੁੱਖ ਲੱਗੀ ਹੋਈ ਸੀ। ਉਹ ਬੇਰੀ ਨੂੰ ਜ਼ੋਰ ਦੀ ਹਲੂਣਾ ਦੇਣ ਲੱਗੀ। ਸੁੰਢ ਨੂੰ ਇਹ ਕਰਦਿਆਂ ਵੇਖ ਬੇਰੀ ਨੇ ਕਿਹਾ, ਧੀਏ, ਜੇ ਤੂੰ ਤਾਜ਼ੇ ਤੇ ਮਿੱਠੇ ਬੇਰ ਖਾਣਾ ਚਾਹੁੰਦੀ ਹੈ ਤਾਂ ਪਹਿਲਾਂ ਮੇਰੇ ਹੇਠ ਬਹਾਰੀ ਦੇ ਤੇ ਕੰਡੇ ਹੁੰਜਦੀ ਜਾ। ਬਹਾਰੀ ਹੁੰਦੀ ਆ ਝਾੜੂ, ਕਿ ਮੇਰੇ ਹੇਠਾਂ ਝਾੜੂ ਫੇਰਦੇ ਜਿਵੇਂ ਹਲਦੀ ਨੇ ਫੇਰਿਆ ਸੀ ਨਾ, ਵੀ ਕੰਡੇ ਇਕੱਠੇ ਹੋ ਗਏ ਸੀ, ਕਿਸੇ ਬੱਚੇ ਦੇ ਪੈਰ 'ਚ ਨਹੀਂ ਸੀ ਵੱਜਦੇ, ਤੇ ਤੂੰ ਵੀ ਉਵੇਂ ਹੀ ਕਰ। ਹੁਣੇ ਪਿੰਡੋਂ ਬੱਚੇ ਬੇਰ ਖਾਣ ਆਉਣਗੇ ਤਾਂ ਇਹ ਕੰਡੇ ਉਹਨਾਂ ਦੇ ਪੈਰਾਂ ਵਿੱਚ ਚੁਭਣਗੇ। ਪਰ ਸੁੰਢ ਨੇ ਬੇਰੀ ਦੀ ਇੱਕ ਨਾ ਸੁਣੀ। ਉਹ ਬੇਰੀ ਦੇ ਟਾਹਣਾਂ ਨੂੰ ਹਿਲਾਉਣ ਦੀ ਰਹੀ, ਪਰ ਮੰਦੇ ਭਾਗਾਂ ਨੂੰ ਇੱਕ ਵੀ ਬੇਰ ਹੇਠਾਂ ਨਾ ਡਿੱਗਿਆ। ਦੇਖੋ ਉਹਨੂੰ ਮਿਲਦਾ ਵੀ ਕੁਛ ਨਹੀਂ, ਆਕੜੀ ਪੱਲੇ ਰਹਿ ਜਾਂਦੀ ਹੈ। ਤੁਰਦੀ ਤੁਰਦੀ ਸੁੰਢ ਭੱਠੀ ਕੋਲ ਪਹੁੰਚੀ। ਭੱਠੀ ਵਿੱਚ ਕੁਝ ਦਾਣੇ ਪਏ ਵੇਖੇ ਤੇ ਬਿਨਾਂ ਪੁੱਛੇ ਇੱਕ ਲੱਪ ਦਾਣਿਆਂ ਦੀ ਭਰ ਲਈ। ਭੱਠੀ ਵਾਲੀ ਨੂੰ ਪੁੱਛਿਆ ਨਹੀਂ। ਇੱਕ ਪਾਸੇ ਦੇਖੋ ਹੁਣ ਆਪਾਂ ਨੂੰ ਇਹ ਦੱਸਿਆ ਗਿਆ ਕਿ ਜਿਹੜੀ ਹਲਦੀ ਹੈ ਉਹ ਤਾਂ ਕਿੰਨੀ ਨਿਮਰ ਸੁਭਾਅ ਵਾਲੀ ਹੈ, ਜਿਹੜੀ ਸੁੰਢ ਹੈ ਉਹਦੇ ਵਿੱਚ ਕਿੰਨੇ ਭੈੜੇ ਅਵਗੁਣ ਨੇ। ਉਹਨੇ ਬਿਨਾਂ ਪੁੱਛੇ ਤੋਂ ਇੱਕ ਲੱਪ ਦਾਣਿਆਂ ਦੀ ਭਰ ਲਈ। ਉਸਨੇ ਭੱਠੀ ਵਾਲੀ ਦੀ ਇੱਕ ਨਾ ਸੁਣੀ। ਜਾਣ ਵੇਲੇ ਸੁੰਢ ਨੂੰ ਭੱਠੀ ਵਾਲੀ ਨੇ ਕਿਹਾ, ਤੂੰ ਮੁਫਤ ਦਾ ਖਾਣ ਹਿੱਲੀ ਹੋਈ ਹੈ, ਪਛਤਾਏਂਗੀ। ਕਹਿੰਦੀ ਤੂੰ ਮੁਫਤ ਦਾ ਖਾਂਦੀ ਹੈ, ਪਛਤਾਏਂਗੀ, ਕਰਦੀ ਕੁਛ ਵੀ ਨਹੀਂ। ਤੈਨੂੰ ਕੀ, ਤੂੰ ਸੜਦੀ ਰਹਿ, ਭੁੱਜਦੀ ਰਹਿ। ਇਹ ਕਹਿ ਕੇ ਸੁੰਢ ਅੱਗੇ ਲੰਘ ਗਈ। ਅਖੀਰ ਸੁੰਢ ਨਾਨਕੇ ਘਰ ਪਹੁੰਚ ਗਈ। ਕਿਸੇ ਨਾਲ ਸਿੱਧੇ ਮੂੰਹ ਗੱਲ ਨਾ ਕੀਤੀ, ਨਾ ਦੁੱਖ ਸੁੱਖ ਪੁੱਛਿਆ। ਉਹ ਓਪਰੀ ਜਿਹੀ ਬਣ ਕੇ ਆਕੜ ਵਿਖਾਉਂਦੀ ਤੇ ਸਭ ਤੋਂ ਪਰੇ ਪਰੇ ਰਹਿੰਦੀ। ਉਸਨੇ ਕਦੇ ਵੀ ਕਿਸੇ ਦੀ ਕੋਈ ਗੱਲ ਨਾ ਮੰਨੀ। ਚਰਖਾ ਕੱਤਣਾ ਤਾਂ ਇੱਕ ਪਾਸੇ ਰਿਹਾ, ਉਸਨੇ ਲੱਤ ਮਾਰ ਕੇ ਚਰਖਾ ਹੀ ਤੋੜ ਦਿੱਤਾ। ਕੁਝ ਦਿਨਾਂ ਮਗਰੋਂ ਜਦੋਂ ਸੁੰਢ ਨੇ ਵਾਪਸ ਜਾਣ ਦੀ ਇੱਛਾ ਪ੍ਰਗਟ ਕੀਤੀ ਤਾਂ ਉਸਨੂੰ ਕਿਸੇ ਨੇ ਰੋਕਣ ਲਈ ਜ਼ੋਰ ਨਾ ਪਾਇਆ, ਕਿ ਸਾਰਿਆਂ ਨੂੰ ਕਿ ਤੁਹਾਨੂੰ ਵਧੀਆ ਸਮਾਂ ਪਿੱਛਾ ਛੁੱਟੂਗਾ ਇਸ ਬਲਾ ਤੋਂ, ਇਹ ਲੜਦੀ ਹੈ ਸਭ ਨਾਲ। ਤਾਂ ਕਿਸੇ ਮਾਮੇ ਨੇ, ਮਾਸੀ ਨੇ, ਨਾਨੇ ਨਾਨੀ ਨੇ ਕਿਸੇ ਨੇ ਨਹੀਂ ਕਿਹਾ ਵੀ ਧੀਏ ਹੋਰ ਰੁਕ ਜਾ ਥੋੜ੍ਹੇ ਦਿਨ, ਜਿਸ ਤਰ੍ਹਾਂ ਹਲਦੀ ਨੂੰ ਕਿਹਾ ਸੀ। ਸਗੋਂ ਉਸ 'ਤੇ ਜਾਣ ਤੇ ਅੰਦਰੋਂ ਅੰਦਰੀ ਸਭ ਖੁਸ਼ ਸਨ ਤੇ ਕਹਿਣ ਲੱਗੇ, ਇਸ ਭੈੜੀ ਤੋਂ ਸਾਡੀ ਜਿੰਦ ਛੁੱਟੇਗੀ। ਸਾਰੇ ਅੰਦਰੋਂ ਅੰਦਰੀ ਖੁਸ਼ ਸੀਗੇ, ਇੰਨੇ ਖੁਸ਼
ਕਿ ਇਸ ਭੈੜੀ ਤੋਂ ਸਾਡੀ ਜਿੰਦ ਛੁੱਟੂਗੀ, ਵਧੀਆ ਸਮਾਂ ਇਹਦੇ ਨਾਲ ਪਿੱਛਾ ਛੁੱਟਿਆ ਹੀ ਚੰਗਾ ਹੈ। ਇਸ ਤਰ੍ਹਾਂ ਜਿਹੜੀ ਸੁੰਡ ਹੈ ਉਹ ਉੱਥੋਂ ਵੀ ਆਕੜ ਕਰਕੇ ਆਪਣੇ ਨਾਨਕਿਆਂ ਤੋਂ ਪਿੰਡ ਵੱਲ ਤੁਰ ਪਈ। ਨਾਨਕਿਆਂ ਨੇ ਸੁੰਡ ਨੂੰ ਤੁਰਨ ਵੇਲੇ ਨਾ ਕੱਪੜੇ ਦਿੱਤੇ, ਨਾ ਫਲ, ਨਾ ਮਿਠਾਈ। ਸੁੰਡ ਖਿੱਚ ਕੇ ਲੜ ਪਈ ਤੇ ਆਪਣੇ ਘਰ ਵੱਲ ਨੂੰ ਵਾਪਸ ਮੁੜ ਪਈ। ਨਾਨਕਿਆਂ ਨੇ ਕੁਝ ਨਾ ਦਿੱਤਾ ਕਿਉਂਕਿ ਉਹਨੇ ਕੱਖ ਕੀਤਾ ਨਹੀਂ ਸੀ, ਉੱਥੇ ਕਿਸੇ ਦੇ ਆਖੇ ਨਹੀਂ ਲੱਗੀ। ਕੋਈ ਵੀ ਬੱਚਾ ਹੋਵੇ ਬੇਟਾ, ਜਿਹੜਾ ਕੋਈ ਇਸ ਤਰ੍ਹਾਂ ਆਕੜ ਕਰਨਾ ਸੁਭਾਅ ਦਾ, ਜਿਹਦੇ ਵਿੱਚ ਨਿਮਰਤਾ ਨਹੀਂ ਹੈ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ। ਨਾਨਕ ਜੀ ਵੀ ਕਹਿੰਦੇ ਨੇ ਕਿ ਨਿਮਰਤਾ ਹੈ ਸਭ ਤੋਂ ਵੱਡਾ ਗੁਣ ਹੈ। ਜਿਹਦੇ ਵਿੱਚ ਨਿਮਰਤਾ ਨਹੀਂ ਹੈ ਕੁਛ ਪਾ ਨਹੀਂ ਸਕਦਾ। ਵਾਪਸ ਮੁੜਦਿਆਂ ਰਾਹ ਵਿੱਚ ਭੱਠੀ ਆਈ। ਜਦੋਂ ਸੁੰਡ ਉਹਦੇ ਕੋਲੋਂ ਦੀ ਲੰਘਣ ਲੱਗੀ ਤਾਂ ਭੱਠੀ ਵਾਲੀ ਨੇ ਉਸਨੂੰ ਬੁਲਾਇਆ ਤੱਕ ਨਾ। ਭੱਠੀ ਵਾਲੀ ਨੇ ਵੀ ਨਹੀਂ ਬੁਲਾਇਆ ਕਿਉਂਕਿ ਉਹ ਭੱਠੀ ਵਾਲੀ ਤੋਂ ਬਿਨਾਂ ਪੁੱਛੇ ਹੀ ਜਾਂਦੀ ਹੋਈ ਦਾਣੇ ਦੀ ਲੱਪ ਭਰ ਕੇ ਲੈ ਗਈ ਸੀ। ਖਿੱਚਦੀ ਖੱਪਦੀ ਸੁੰਡ ਅੱਗੇ ਤੁਰ ਪਈ। ਇਸ ਤਰ੍ਹਾਂ ਖਿੱਚਦੀ ਹੋਈ ਅੱਗੇ ਤੁਰੀ ਗਈ। ਜਦੋਂ ਬੇਰੀ ਕੋਲ ਪੁੱਜੀ ਤਾਂ ਜਿਸ ਬੇਰੀ ਨੇ ਹਲਦੀ ਨੂੰ ਸੂਹੇ ਸੂਹੇ ਬੇਰ ਦਿੱਤੇ ਸਨ, ਉਸਨੇ ਇਸ ਨੂੰ ਕੁਝ ਵੀ ਨਾ ਦਿੱਤਾ, ਸਗੋਂ ਸੁੰਡ ਦੇ ਪੈਰਾਂ ਵਿੱਚ ਕੰਡੇ ਚੁਭ ਗਏ ਕਿਉਂਕਿ ਉਹਨੇ ਕੰਡੇ ਇਕੱਠੇ ਕੀਤੇ ਨਹੀਂ ਸੀ। ਇਸ ਤਰ੍ਹਾਂ ਕੰਡਿਆਂ ਦੇ ਵੱਜਣਾ ਸੁਭਾਵ ਕੀ ਸੀ ਉਹਦੇ ਪੈਰਾਂ 'ਚ। ਫਿਰ ਸੁੰਡ ਦਰਿਆ ਦੇ ਕੋਲ ਪਹੁੰਚੀ। ਜਦੋਂ ਉਹ ਪੁਲ ਤੋਂ ਲੰਘ ਰਹੀ ਸੀ ਤਾਂ ਦਰਿਆ ਦਾ ਪਾਣੀ ਚੜ੍ਹ ਗਿਆ। ਇੱਕਦਮ ਉਛਾਲ ਆ ਗਿਆ ਦਰਿਆ ਦੇ ਪਾਣੀ ਦੇ ਵਿੱਚ। ਪਾਣੀ ਦੀਆਂ ਛੱਲਾਂ ਪੁਲ ਨੂੰ ਵੀ ਛੂਹ ਰਹੀਆਂ ਸਨ। ਸੁੰਡ ਮਸਾਂ ਮਸਾਂ ਬਚੀ। ਜਦੋਂ ਸੁੰਡ ਖਾਲੀ ਹੱਥ ਘਰ ਪਹੁੰਚੀ ਤਾਂ ਉਹ ਡੁਸਕਣ ਲੱਗੀ। ਡੁਸਕਣ ਮੀਨਜ਼ ਰੋਣ ਲੱਗੀ। ਉਹ ਸੋਚੀ ਰਹੀ ਤੇ ਫਿਰ ਮਾਂ ਨੂੰ ਪੁੱਛਣ ਲੱਗੀ, ਹਲਦੀ ਕੋਲ ਅਜਿਹਾ ਕੀ ਹੈ ਕਿ ਉਹਨੂੰ ਸਾਰਿਆਂ ਕੋਲੋਂ ਇੰਨਾ ਪਿਆਰ ਤੇ ਢੇਰ ਸਾਰੀਆਂ ਚੀਜ਼ਾਂ ਮਿਲੀਆਂ ਹਨ? ਕਿ ਮਾਂ ਇਹੋ ਜਿਹੀ ਕੀ ਚੀਜ਼ ਹੈ ਹਲਦੀ ਕੋਲੇ ਕਿ ਉਹਨੂੰ ਸਾਰਿਆਂ ਤੋਂ ਇੰਨਾ ਪਿਆਰ ਮਿਲਿਆ ਤੇ ਇੰਨੀਆਂ ਚੀਜ਼ਾਂ ਮਿਲੀਆਂ? ਮਾਂ ਨੇ ਕਿਹਾ, ਹਲਦੀ ਕੋਲ ਪਿਆਰ ਏ। ਉਹ ਹਰ ਕਿਸੇ ਦੇ ਕੰਮ ਆਉਂਦੀ ਹੈ, ਸਭ ਦਾ ਹੱਥ ਵਟਾਉਂਦੀ ਹੈ। ਦੂਜੇ ਦਾ ਹੱਥ ਵਟਾਉਣਾ ਮਤਲਬ ਦੂਜੇ ਦੇ ਨਾਲ ਕੰਮ ਦੇ ਵਿੱਚ ਉਹਦੀ ਮਦਦ ਕਰਨੀ, ਸਭ ਦੇ ਕੰਮ ਆਉਣਾ, ਪਿਆਰ ਨਾਲ ਨਿਮਰਤਾ ਨਾਲ ਕੰਮ ਕਰਨਾ। ਇਹ ਸੁਣ ਕੇ ਸੁੰਡ ਨੂੰ ਆਪਣੀ ਗਲਤੀ ਦਾ ਪਤਾ ਲੱਗ ਗਿਆ ਕਿ ਮੇਰੇ 'ਚ ਕੀ ਗਲਤੀ ਹੈ। ਉਹ ਆਪਣੇ ਕੀਤੇ ਤੇ ਬਹੁਤ ਪਛਤਾਈ ਤੇ ਅੱਗੇ ਤੋਂ ਉਸਨੇ ਚੰਗੇ ਬਣਨ ਦਾ ਪ੍ਰਣ ਕਰ ਲਿਆ। ਪ੍ਰਣ ਮੀਨਜ਼ ਹੁੰਦਾ ਹੈਗਾ ਨਿਸ਼ਚਾ ਕਰ ਲੈਣਾ ਕਿ ਮੈਂ ਅੱਗੇ ਤੋਂ ਹਲਦੀ ਵਾਲੇ ਗੁਣ ਹੀ ਅਪਣਾਵਾਂਗੀ। ਬੇਟਾ ਇਹ ਤਾਂ ਸੀ ਚੈਪਟਰ। ਹੁਣ ਔਖੇ ਸ਼ਬਦਾਂ ਦੇ ਅਰਥ ਮੈਂ ਪੜ੍ਹਾਉਂਦੀ ਹਾਂ। ਪਹਿਲਾ ਸ਼ਬਦ ਹੈ ਚਾਅ। ਚਾਅ ਮੀਨਜ਼ ਖੁਸ਼ੀ। ਪੈਂਡਾ। ਪੈਂਡਾ ਮੀਨਜ਼ ਰਾਹ, ਰਸਤਾ। ਠਾਠਾਂ ਮਾਰਦਾ। ਪਾਣੀ ਦੀਆਂ ਛੱਲਾਂ ਦਾ ਉੱਚੀਆਂ ਉੱਠਣਾ। ਉਹਨਾਂ ਨੂੰ ਕਹਿੰਦੇ ਆ ਪਾਣੀ ਦੀਆਂ ਛੱਲਾਂ ਜਦੋਂ ਉੱਚੀ ਉੱਚੀ ਉੱਠਦੀਆਂ ਉਹ ਕਹਿੰਦੇ ਪਾਣੀ ਠਾਠਾਂ ਮਾਰਦਾ। ਮੁਸਾਫਿਰ, ਯਾਤਰਾ ਕਰਨ ਵਾਲੇ। ਹੁੰਝਣਾ ਮੀਨਜ਼ ਇਕੱਠਾ ਕਰਨਾ। ਬੁਹਾਰੀ, ਝਾੜੂ। ਭਣੇਵੀ ਮੀਨਜ਼ ਭਾਣਜੀ। ਝੋਕਾ ਲਾਉਣਾ, ਚੁੱਲ੍ਹੇ ਵਿੱਚ ਬਾਲਣ ਪਾਉਣਾ। ਹੱਥ ਵਟਾਉਣਾ, ਸਹਾਇਤਾ ਕਰਨਾ। ਲੜ, ਚੁੰਨੀ ਦਾ ਕਿਨਾਰਾ। ਮੋਹ ਮੀਨਜ਼ ਪਿਆਰ। ਵਿਖੜਾ ਮੀਨਜ਼ ਔਖਾ। ਔਕੜਾ ਮੀਨਜ਼ ਮੁਸੀਬਤਾਂ। ਅਣਜਾਣਿਆ ਮੀਨਜ਼ ਨਿਆਣਿਆਂ ਦੀ ਤਰ੍ਹਾਂ। ਸੂਹੇ ਸੂਹੇ, ਲਾਲ ਰੰਗ ਦੇ। ਪੁੜਨਾ, ਚੁਭਣਾ। ਤਕਾਲਾ, ਸ਼ਾਮ ਦਾ ਸਮਾਂ। ਦਿਲਾਸਾ, ਹੌਸਲਾ। ਹੌਲੀ ਕਰੋ। ਲੱਪ, ਇੱਕ ਹੱਥ ਭਰ ਕੇ। ਜੁਲਾਹਾ, ਕੱਪੜਾ ਬੁਣਨ ਵਾਲਾ। ਦੋਹਤੀ, ਰਿਸ਼ਤੇ ਵਿੱਚ ਬੇਟੀ ਦੀ ਬੇਟੀ। ਫੇਰਾ ਮਾਰਨਾ, ਗੇੜਾ ਮਾਰਨਾ। ਆਸ਼ੀਸ਼ ਮੀਨਜ਼ ਆਸ਼ੀਰਵਾਦ। ਇਹ ਔਖੇ ਸ਼ਬਦਾਂ ਦੇ ਅਰਥ ਨੇ ਬੇਟਾ। ਇਹਦੇ ਕੁਛ ਕੁਐਸਚਨ ਨੇ, ਮੈਂ ਕੁਐਸਚਨ ਤੁਹਾਨੂੰ ਬੋਲਦੀ ਹਾਂ। ਕੁਐਸਚਨ ਨਿਕਾਲੋ। ਕੁਐਸਚਨ ਹੈਗਾ ਪਹਿਲਾ, ਹਲਦੀ ਨੇ ਮਾਂ ਨੂੰ ਕੀ ਕਿਹਾ? ਪਹਿਲੀ ਗੱਲ ਤਾਂ ਜਵਾਨੀ ਅਭਿਆਸ ਦੇ ਪ੍ਰਸ਼ਨ ਨੇ ਕੁਛ। ਕਹਾਣੀ ਵਿੱਚ ਸੁੰਡ ਤੇ ਹਲਦੀ ਦੀ ਮਾਂ ਕੌਣ ਹੈ? ਕਹਾਣੀ ਵਿੱਚ ਸੁੰਡ ਤੇ ਹਲਦੀ ਦੀ ਮਾਂ ਕੌਣ ਹੈ? ਪਤਾ ਹੀ ਹੈ, ਲੈਸਨ ਦੇ ਸਟਾਰਟਿੰਗ ਦੇ ਵਿੱਚ ਹੀ ਹੈ ਕਾਲੀ ਮਿਰਚ। ਇਹ ਜਵਾਨੀ ਕੁਐਸਚਨ ਨੇ, ਇਹ ਤੁਸੀਂ ਯਾਦ ਕਰ ਲੈਣੇ, ਬਟ ਮੈਂ ਤੁਹਾਨੂੰ ਰਿਪੀਟ ਕਰਵਾ ਦਿੰਦੀ ਹਾਂ। 1 1 ਤੇ 2 11 ਦਾ ਕੀ ਮਤਲਬ ਹੈ? ਕਿ 1 ਤੇ 1 2 11 ਦਾ ਮਤਲਬ ਹੈ ਕਿ ਦੋ ਜਣਿਆਂ ਦੀ ਯੂਨਿਟੀ ਵਧੀਆ ਹੁੰਦੀ ਹੈ। 1 1 ਤੇ 2 11 ਦਾ ਕੰਮ ਕਰਦੇ ਆ ਮਿਲ ਕੇ। ਭਣੇਵੀ ਕੌਣ ਹੁੰਦੀ ਹੈ? ਭੈਣ ਦੀ ਬੇਟੀ। ਸਾਨੂੰ ਸਿੱਪੀਆਂ ਤੇ ਘੋਗੇ ਕਿੱਥੋਂ ਪ੍ਰਾਪਤ ਹੁੰਦੇ ਹਨ? ਸਮੁੰਦਰਾਂ ਵਿੱਚੋਂ। ਹੁਣ ਪ੍ਰਸ਼ਨ ਨੇ ਜਿਹੜੇ ਤੁਸੀਂ ਲਿਖਣੇ ਨੇ। ਹਲਦੀ ਨੇ ਮਾਂ ਨੂੰ ਕੀ ਕਿਹਾ? ਹਲਦੀ ਨੇ ਮਾਂ ਨੂੰ ਕਿਹਾ ਕਿ ਮਾਂ ਮੈਂ ਆਪਣੇ ਨਾਨਕੇ ਘਰ ਜਾਣਾ ਹੈ, ਕਿ ਮੈਨੂੰ ਨਾਨਕਿਆਂ ਦੀ ਯਾਦ ਆਉਂਦੀ ਹੈ, ਮੈਂ ਆਪਣੇ ਨਾਨਕੇ ਘਰ ਜਾਣਾ ਹੈ। ਮਾਂ ਨੇ ਸੁੰਡ ਨੂੰ ਕੀ ਕਿਹਾ ਤੇ ਸੁੰਡ ਨੇ ਮਾਂ ਨੂੰ ਕੀ ਕਿਹਾ? ਦੇਖੋ ਮਾਂ ਨੇ ਸੁੰਡ ਨੂੰ ਇਹ ਕਿਹਾ ਸੀ ਕਿ ਹਲਦੀ ਆਪਣੇ ਨਾਨਕੇ ਜਾ ਰਹੀ ਹੈ, ਇਹ ਛੋਟੀ ਹੈ, ਤੂੰ ਵੀ ਇਹਦੇ ਨਾਲ ਚੱਲ ਜਾ। 1 1 ਤੇ 2 11 ਹੁੰਦੇ ਨੇ ਕਿ ਤੇਰੇ ਨਾਲ ਇਹਦਾ ਸਾਥ ਬਣਿਆ ਰਹੂਗਾ। ਰਾਹ ਵੀ ਔਖਾ ਹੈ, ਲੰਬਾ ਰਾਹ ਹੈ ਤੇ ਤੁਸੀਂ ਰਲ ਮਿਲ ਕੇ ਰਸਤਾ ਪਾਰ ਕਰ ਜਾਓਗੀਆਂ। ਪਰ ਸੁੰਡ ਨੇ ਮਾਂ ਨੂੰ ਕੀ ਕਿਹਾ ਕਿ ਨਹੀਂ ਨਹੀਂ, ਮੈਂ ਨਹੀਂ ਇਹਦੇ ਨਾਲ ਜਾਣਾ, ਕਿ ਮੈਂ ਨਾਨਕੇ ਨਹੀਂ ਜਾਣਾ। ਅਗਲਾ ਕੁਐਸਚਨ ਹੈ, ਦਰਿਆ ਉੱਤੇ ਪੁਲ ਕਿਵੇਂ ਬਣ ਗਿਆ? ਦੇਖੋ ਬੇਟਾ, ਜਿਸ ਤਰ੍ਹਾਂ ਪਹਿਲਾਂ ਦਰਿਆ ਨੇ ਕਿਹਾ ਸੀ ਹਲਦੀ ਨੂੰ ਕਿ ਮੇਰੇ ਉੱਤੇ 1 2 ਪੱਥਰ ਰੱਖ ਦੇ, ਇਸ ਤਰ੍ਹਾਂ ਉਹਨੂੰ ਦੇਖ ਕੇ ਹੋਰ ਮੁਸਾਫਰ ਵੀ ਉੱਤੇ ਪੱਥਰ ਰੱਖਣ ਲੱਗ ਪਏ। ਇਸ ਤਰ੍ਹਾਂ ਹੌਲੀ ਹੌਲੀ ਦਰਿਆ ਦੇ ਉੱਤੇ ਇੱਕ ਪੁਲ ਜਿਹਾ ਬਣ ਗਿਆ ਤੇ ਆਉਣ ਜਾਣ ਵਾਲੇ ਲੋਕਾਂ ਲਈ ਉੱਥੋਂ ਲੰਘਣਾ ਸੌਖਾ ਹੋ ਗਿਆ। ਹਲਦੀ ਨੂੰ ਸਾਰੇ ਪਿਆਰ ਕਿਉਂ ਕਰਦੇ ਸਨ? ਕੁਐਸਚਨ ਸਾਰਾ ਆਪਾਂ ਲੈਸਨ ਪੜ੍ਹਿਆ, ਲੈਸਨ ਦਾ ਥੀਮ ਹੀ ਇਹੀ ਹੈ, ਕਿਉਂਕਿ ਹਲਦੀ ਵੀ ਸਾਰਿਆਂ ਨੂੰ ਪਿਆਰ ਕਰਦੀ ਸੀ। ਉਹ ਹਰ ਕਿਸੇ ਦੇ ਕੰਮ ਵਿੱਚ ਹੱਥ ਵਟਾਉਂਦੀ ਸੀ, ਭਾਵ ਹਰ ਕਿਸੇ ਦੇ ਕੰਮ ਦੇ ਵਿੱਚ ਮਦਦ ਕਰਦੀ ਸੀ ਤੇ ਨਿਮਰਤਾ ਦੇ ਨਾਲ ਬੋਲਦੀ ਸੀ ਸਾਰਿਆਂ ਨੂੰ ਪਿਆਰ ਨਾਲ, ਇਸ ਕਰਕੇ ਸਾਰੇ ਉਸਨੂੰ ਪਿਆਰ ਕਰਦੇ ਸਨ। ਹਲਦੀ ਅਤੇ ਸੁੰਡ ਦੇ ਸੁਭਾਅ ਵਿੱਚ ਕੀ ਫਰਕ ਸੀ? ਦੇਖੋ ਬਹੁਤ ਸਿੰਪਲ ਜੀ ਗੱਲ ਹੈ। ਹਲਦੀ ਬੜੇ ਨਿਮਰ ਸੁਭਾਅ ਦੀ ਸੀ, ਉਹ ਸਭ ਨੂੰ ਪਿਆਰ ਕਰਨ ਵਾਲੀ ਸੀ ਤੇ ਸਭ ਦੇ ਕੰਮ ਵਿੱਚ ਮਦਦ ਕਰਦੀ ਸੀ। ਇਸ ਦੇ ਉਲਟ ਜਿਹੜੀ ਸੁੰਡ ਸੀ, ਉਸੇ ਦੀ ਭੈਣ, ਉਸਦੀ ਵੱਡੀ ਭੈਣ ਸੁੰਡ, ਉਸ ਦਾ ਸੁਭਾਅ ਬੜਾ ਆਕੜ ਕੰਨਾ ਸੀ
ਜਿਸ ਕਰਕੇ ਸਾਰੇ ਉਸ ਨੂੰ ਨਫ਼ਰਤ ਕਰਦੇ ਸਨ। ਤੇ ਉਹ ਕਿਸੇ ਦੇ ਕੰਮ ਵਿੱਚ ਕਿਸੇ ਦਾ ਹੱਥ ਨਹੀਂ ਸੀ, ਕਿਸੇ ਦੀ ਮਦਦ ਨਹੀਂ ਸੀ ਕਰਦੀ, ਕੋਈ ਹੱਥ ਨਹੀਂ ਸੀ ਵਟਾਉਂਦੀ ਅਤੇ ਆਪਣੀ ਆਕੜ ਵਿੱਚ ਹੀ ਰਹਿੰਦੀ ਸੀ। ਜਿਹੜੀ ਹਲਦੀ ਸੀ ਉਹ ਪਿਆਰ ਨਾਲ ਦੂਜਿਆਂ ਦਾ ਕੰਮ ਵੀ ਕਰਵਾਉਂਦੀ ਸੀ, ਉਹਨਾਂ ਦੀ ਮਦਦ ਕਰਦੀ ਅਤੇ ਦੂਜਿਆਂ ਨੂੰ ਪਿਆਰ ਨਾਲ ਬੋਲਦੀ। ਇਸ ਦੇ ਬਦਲੇ ਵਿੱਚ ਹਲਦੀ ਨੂੰ ਸਾਰਿਆਂ ਨੇ ਸਭ ਕੁਛ ਦਿੱਤਾ ਅਤੇ ਸੁੰਡ ਦੇ ਪੱਲੇ ਕੱਖ ਵੀ ਨਹੀਂ ਆਇਆ। ਇਸ ਕਹਾਣੀ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਬੇਟਾ ਸਾਨੂੰ ਇਹੋ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਹਲਦੀ ਦੀ ਤਰ੍ਹਾਂ ਪਿਆਰ ਵਾਲਾ ਅਤੇ ਨਿਮਰਤਾ ਵਾਲਾ ਸੁਭਾਅ ਜਿਹੜਾ ਉਹ ਅਪਣਾਉਣਾ ਚਾਹੀਦਾ ਹੈ, ਨਾ ਕਿ ਸੁੰਡ ਦੀ ਤਰ੍ਹਾਂ ਆਕੜ ਕੰਨੇ ਬਣਨਾ ਚਾਹੀਦਾ ਹੈ। ਇਹ ਸੀਗਾ ਅੱਜ ਦੇ ਕੁਐਸਚਨ ਅਤੇ ਚੈਪਟਰ ਪੂਰਾ। ਬਾਕੀ ਜਿਹੜਾ ਕਿਤਾਬ ਦੇ ਵਿੱਚ ਕੰਮ ਹੈ, ਬੁੱਕ ਵਰਕ ਹੈ ਜਿਹੜਾ, ਉਹ ਤੁਸੀਂ ਖੁਦ ਕਰ ਲੈਣਾ। ਜਿਸ ਤਰ੍ਹਾਂ ਦਿਖ ਰਿਹਾ ਸਾਹਮਣੇ, ਹੇਠ ਲਿਖੇ ਸ਼ਬਦ ਜੋੜਿਆਂ ਨੂੰ ਦੱਸੇ ਅਨੁਸਾਰ ਉਹਨਾਂ ਦੇ ਵਿਰੋਧੀ ਸ਼ਬਦਾਂ ਦੇ ਨਾਲ ਮਿਲਾਉਣਾ। ਜਿਸ ਤਰ੍ਹਾਂ ਨਿੱਕੀਆਂ ਨਿੱਕੀਆਂ, ਵੱਡੀਆਂ ਵੱਡੀਆਂ, ਇਸ ਤਰ੍ਹਾਂ ਕਦੇ ਕਦੇ ਅੱਗੇ ਕਾਲੇ ਕਾਲੇ, ਪਰੇ ਪਰੇ, ਅੰਦਰੋਂ ਅੰਦਰ, ਇਹ ਤੁਸੀਂ ਦੇਖ ਕੇ ਮਿਲਾਉਣਾ। ਬਹੁਤ ਹੀ ਸਿੰਪਲ ਹੈ, ਠੀਕ ਹੈ। ਅੱਗੇ ਹੈਗਾ ਦਾਦਕੇ, ਨਾਨਕੇ ਅਤੇ ਕਿੱਤਿਆਂ ਦਾ ਨਾਲ ਮਿਲਾਨ ਕਰਨਾ। ਸਾਰਾ ਚੈਪਟਰ ਦਾ ਜਿਹੜਾ ਵਰਕ ਹੈ ਇਹ ਤੁਸੀਂ ਖੁਦ ਪੂਰਾ ਕਰ ਲੈਣਾ ਬੇਟਾ। ਅੱਜ ਦਾ ਇੰਨਾ ਹੀ, ਬਹੁਤ ਬਹੁਤ ਧੰਨਵਾਦ।